ਸਿੱਖ ਨੌਜਵਾਨਾਂ ਦੇ ਕਹਿਣ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਗੁਰਮਤਿ ਅਨੁਕੂਲ ਲਿਖੀਆਂ ਪੁਸਤਕਾਂ ਨੂੰ ਪੜ੍ਹਨਾ ਸ਼ੁਰੂ ਕਰੀਏ। ਇਹ ਉਪਰਾਲਾ ਇਸ ਲਈ ਸ਼ੁਰੂ ਕੀਤਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਰ ਸਿੱਖ ਗਿਆਨ ਦਾ ਭੰਡਾਰਾ ਬਣ ਜਾਵੇ ਅਤੇ ਕੋਈ ਵੀ ਤਾਕਤ ਸਿੱਖਾਂ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਨਾ ਹੋ ਸਕੇ। ਸਾਡੇ ਕੋਲ ਇੰਨਾ ਗਿਆਨ ਹੋਵੇ ਕਿ ਅਸੀਂ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਕਾਬਿਲ ਹੋ ਸਕੀਏ। ਇਸੇ ਕਰਕੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਰੋਜ਼ 5-10 ਮਿੰਟ ਕੱਢ ਕੇ ਆਪਣੇ ਇਤਿਹਾਸ ਨਾਲ ਜੁੜਨ ਦਾ ਯਤਨ ਕਰੋਗੇ ਅਤੇ ਸਿੱਖ ਵੋਇਸ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਸਫਲਾ ਬਣਾਉਣ ਵਿੱਚ ਸਾਡਾ ਸਾਥ ਦਿਓਗੇ। ਭਾਰਤ ਦੀ ਬਹੁ ਗਿਣਤੀ ਹੁਕਮਰਾਨ ਜਨਤਾ ਵੱਲੋਂ ਸ਼ੁਰੂ ਤੋਂ ਹੀ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਸਿੱਖ ਕੌਮ ਦੀ ਵੱਖਰੀ ਹੋਂਦ ਅਤੇ ਨਿਆਰੇਪਣ ਨੂੰ ਖਤਮ ਕਰਨ ਵਾਸਤੇ ਅਨੇਕਾਂ ਹੀ ਘਾੜਤਾਂ ਘੜੀਆਂ ਜਾ ਚੁੱਕੀਆਂ ਹਨ। ਕਦੀ ਸਰੀਰਕ ਹਮਲੇ, ਕਦੀ ਕਤਲੇਆਮ ਅਤੇ ਕਦੀ ਬੌਧਿਕ ਹਮਲੇ। ਇਸ ਮਕਸਦ ਦੀ ਪੂਰਤੀ ਵਾਸਤੇ ਕਿ ਖਾਲਸੇ ਦੇ ਨਿਆਰੇਪਣ ਨੂੰ ਹਮੇਸ਼ਾ ਵਾਸਤੇ ਖਤਮ ਕਰਕੇ ਵਿਪਰਨ ਕੀ ਰੀਤ ਦਾ ਧਾਰਨੀ ਬਣਾਇਆ ਜਾਵੇ, ਸਵੈਮ ਸੇਵਕ ਸੰਘ ਵੱਲੋਂ ਜਿੱਥੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ ਅਤੇ ਸੰਘ ਹੀ ਖਾਲਸਾ ਹੈ, ਉੱਥੇ ਅਨੇਕਾਂ ਤਰੀਕਿਆਂ ਦੇ ਨਾਲ ਸਿੱਖ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਕੁਝ ਉਦਾਹਰਨਾਂ ਤੁਹਾਡੇ ਸਨਮੁਖ ਰੱਖਦੇ ਹਾਂ। ਜਿਵੇਂ ਇਹ ਕਿਹਾ ਜਾਂਦਾ ਹੈ ਕਿ ਸਿੱਖ ਗੁਰੂਆਂ ਦੇ ਵਿਆਹ ਹਿੰਦੂ ਰੀਤੀ ਅਨੁਸਾਰ ਹੋਏ, ਜਾਂ ਇਹ ਵੀ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਦਿੱਲੀ ਦੇ ਇੱਕ ਹਿੰਦੂ ਦੀ ਕੋਠੀ ਨੂੰ ਹੀ ਗੁਰਦੁਆਰਾ ਬੰਗਲਾ ਸਾਹਿਬ ਬਣਾਇਆ ਗਿਆ। ਗੁਰੂ ਨਾਨਕ ਸਾਹਿਬ ਪ੍ਰਤੀ ਵੀ ਗਲਤ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਰਾਂ ਦੇ ਸ਼ਰਾਧ ਕਰਨ ਕਰਕੇ ਆਪਣਾ ਅਕਾਲ ਚਲਾਣਾ ਇੱਕ ਦਿਨ ਅੱਗੇ ਪਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਇਹ ਝੂਠ ਬੋਲਿਆ ਜਾਂਦਾ ਹੈ ਕਿ ਹਿੰਦੂ ਹੋਣ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਜ ਭਾਸ਼ਾ ਵਿੱਚ ਬਾਣੀ ਰਚੀ। ਗੁਰਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਭਰਮ ਵਿੱਚ ਪਾਇਆ ਜਾਂਦਾ ਹੈ ਕਿ ਗੁਰਬਾਣੀ ਦੀ ਪੰਕਤੀ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਦੇ ਅਰਥ ਕਰਦਿਆਂ ਇਸ ਤਰ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਰਘੂ ਕੁਲ ਦੇ ਵੰਸ਼ਜ ਰਾਮ ਦੀ ਹੀ ਉਸਤਤ ਕੀਤੀ ਗਈ ਹੈ। ਫਿਰ ਕਿਤੇ ਕਹਿੰਦੇ ਹਨ ਕਿ ਨੈਣਾ ਦੇਵੀ ਮੰਦਿਰ ਵਿਖੇ ਯੱਗ ਕਰਨ ਉਪਰੰਤ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੀ ਪ੍ਰਾਪਤ ਹੋਈ ਅਤੇ ਖਾਲਸਾ ਪੰਥ ਦੀ ਉਤਪਤੀ ਹੋਈ। ਜਾਂ ਕਿਤੇ ਕਿਹਾ ਜਾਂਦਾ ਹੈ ਕਿ ਰਾਮਕਲੀ ਸਦ ਅਨੁਸਾਰ ਗੁਰੂ ਜੀ ਨੇ ਕਿਹਾ ਹੈ ਕਿ ਮੇਰੇ ਮਿਰਤਕ ਸੰਸਾਰ ਸਮੇਂ ਕੇਸ਼ੋ ਦਾਸ ਪੰਡਿਤ ਨੂੰ ਬੁਲਾ ਕੇ ਅੰਤਮ ਰਸਮਾਂ ਸੰਪੂਰਨ ਕਰਨੀਆਂ ਅਤੇ ਮੇਰੀਆਂ ਅਸਥੀਆਂ ਨੂੰ ਹਰਿਦੁਆਰ ਲੈ ਕੇ ਜਾਣਾ। ਅਤੇ ਸਿੱਖ ਕੈਲੰਡਰ ਦੇ ਸੰਬੰਧ ਵਿੱਚ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿੱਖ ਕੈਲੰਡਰ ਪ੍ਰਚਲਿਤ ਹਿੰਦੂ ਰਵਾਇਤ ਬਿਕਰਮੀ ਸੰਮਤ ਉੱਪਰ ਆਧਾਰਿਤ ਹੈ ਅਤੇ ਹਿੰਦੂ ਸਿੱਖ ਰਿਸ਼ਤੇਦਾਰੀਆਂ ਸਾਂਝੀਆਂ ਹਨ। ਸੋ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਲਈ ਤਤਪਰ ਐਸੀਆਂ ਫਿਰਕੂ ਸੰਸਥਾਵਾਂ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ। ਆਪਣੇ ਪੁਰਖਿਆਂ ਦਾ ਇਤਿਹਾਸ ਜ਼ਰੂਰ ਫਰੋਲ ਕੇ ਵੇਖ ਲੈਣਾ ਚਾਹੀਦਾ ਹੈ ਕਿ ਦੂਜੇ ਸ਼ਬਦਾਂ ਵਿੱਚ ਕਿਸੇ ਦੀ ਪੀੜ੍ਹੀ ਹੇਠਾਂ ਸੱਪ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਬੇਸ਼ੱਕ ਚੀਨ ਦੀ ਬਣੀ ਹੋਈ ਸੰਸਾਰ ਦੀ ਸਭ ਤੋਂ ਵੱਡੀ, ਲੰਮੀ ਅਤੇ ਮਜ਼ਬੂਤ ਦੀਵਾਰ ਤਾਂ ਚੀਨ ਨੂੰ ਬਾਹਰੀ ਹਮਲਾਵਰਾਂ ਤੋਂ ਨਾ ਬਚਾ ਸਕੀ, ਪਰ ਹਮਲਾਵਰ ਅਨੇਕਾਂ ਵਾਰ ਉਸ ਦੀਵਾਰ ਨੂੰ ਲੰਘ ਹੋਰਨਾਂ ਖਿੱਤਿਆਂ ਵਿੱਚ ਵੀ ਮਾਰਾ ਮਾਰਦੇ ਰਹੇ। ਪਰੰਤੂ ਜਦੋਂ ਖਾਲਸੇ ਨੇ ਦਰਾਏ ਖੈਬਰ ਉੱਪਰ ਖਾਲਸਾਈ ਨਿਸ਼ਾਨ ਝੁਲਾ ਦਿੱਤੇ ਤਾਂ ਉਸ ਉਪਰੰਤ ਕਿਸੇ ਹਮਲਾਵਰ ਦੀ ਹਿੰਮਤ ਨਾ ਪਈ ਕਿ ਹਿੰਦੁਸਤਾਨ ਵੱਲ ਅੱਖ ਚੁੱਕ ਕੇ ਵੀ ਵੇਖ ਸਕੇ। ਖਾਲਸਾਈ ਨਿਸ਼ਾਨਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਮੂੰਹ ਮੋੜ ਕੇ ਰੱਖ ਦਿੱਤਾ। ਅੱਜ ਸਿੱਖ ਕੌਮ ਨੂੰ ਹੀ ਦੇਸ਼ ਧਰੋਹੀ ਅਤੇ ਗੁਲਾਮੀ ਦੇ ਕਾਰਨ ਦਰਸਾਇਆ ਜਾ ਰਿਹਾ ਹੈ। ਕਿਤੇ ਇਹ ਦੋਸ਼ ਲੱਗਦਾ ਹੈ ਕਿ ਸਿੱਖਾਂ ਨੇ ਵਿਦੇਸ਼ੀ ਹੁਕਮਰਾਨਾਂ ਦੀ ਮਦਦ ਕੀਤੀ। ਅੱਜ ਸਿੱਖਾਂ ਨੂੰ ਦੇਸ਼ ਧਰੋਹੀ ਕਹਿਣ ਵਾਲੇ ਬਹੁ ਗਿਣਤੀ ਹੁਕਮਰਾਨ ਜੇਕਰ ਆਪਣੇ ਗੌਰਵਮਈ ਇਤਿਹਾਸ ਨੂੰ ਪੜ੍ਹਨ ਤਾਂ ਖੁਦ ਹੀ ਪਤਾ ਲੱਗ ਜਾਵੇਗਾ ਕਿ ਦੇਸ਼ ਭਗਤ ਕੌਣ ਹੈ ਅਤੇ ਦੇਸ਼ ਧਰੋਹੀ ਕੌਣ ਹੈ। ਇੱਕ ਵਿਦਵਾਨ ਦਾ ਕਥਨ ਇਸ ਤਰ੍ਹਾਂ ਹੈ, 18ਵੀਂ ਸਦੀ ਵਿੱਚ ਜੇਕਰ ਸਿੱਖ ਕੌਮ ਬੇਮਿਸਾਲ ਕੁਰਬਾਨੀਆਂ ਦੁਆਰਾ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਵਰਗੇ ਜਰਵਾਣਿਆਂ ਦਾ ਡਟ ਕੇ ਮੁਕਾਬਲਾ ਨਾ ਕਰਦੀ ਤਾਂ ਸਾਰੇ ਹੀ ਪ੍ਰਸਿੱਧ ਇਤਿਹਾਸਕਾਰਾਂ ਅਨੁਸਾਰ ਜਮਨਾ ਤੱਕ ਦਾ ਸਾਰਾ ਇਲਾਕਾ ਹਮੇਸ਼ਾ ਲਈ ਹਿੰਦੁਸਤਾਨ ਤੋਂ ਅਲੱਗ ਹੋ ਕੇ ਅਫਗਾਨਿਸਤਾਨ ਦਾ ਹਿੱਸਾ ਬਣ ਜਾਣਾ ਸੀ। ਨਿਰਾਦ ਚੌਧਰੀ ਦੇ ਅਨੁਸਾਰ
ਉਹਦਾ ਇਹ ਕਹਿਣਾ ਹੈ ਕਿ ਦੇਸ਼ ਦੇ ਵਿੱਚ ਵਰਤਮਾਨ ਬੇਚੈਨੀ, ਫਿਰਕੂ ਦੰਗਿਆਂ ਅਤੇ ਮੰਦਭਾਵਨਾ ਦਾ ਮੂਲ ਕਾਰਨ ਹਿੰਦੂ ਦਾ ਦੇਸ਼ ਦੀਆਂ ਬਾਕੀ ਜ਼ਾਤੀਆਂ ਪ੍ਰਤੀ ਬਦਲਾ ਲਊ ਅਤੇ ਆਕਰਮਣਕਾਰੀ ਵਤੀਰਾ ਹੈ, ਜਿਹੜਾ ਕਿ ਉਹਨਾਂ ਨੇ ਲੰਮੇ ਸਮੇਂ ਦੀ ਗੁਲਾਮੀ ਤੋਂ ਬਾਅਦ ਸਹਿਜੇ ਹੀ ਰਾਜ ਸੱਤਾ ਮਿਲਣ ਸਦਕਾ ਅਪਣਾ ਲਿਆ ਹੈ। ਅਲਾਉਦੀਨ ਨੇ ਇੱਕ ਵਾਰੀ ਆਪਣੇ ਕਾਜ਼ੀ ਨੂੰ ਪੁੱਛਿਆ ਸੀ, ਸ਼ਰੀਅਤ ਮੁਤਾਬਕ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ। ਉਦੋਂ ਕਾਜ਼ੀ ਨੇ ਜਵਾਬ ਦਿੱਤਾ ਸੀ ਕਿ ਹਿੰਦੂ ਬਿਲਕੁਲ ਮਿੱਟੀ ਸਮਾਨ ਹਨ। ਜੇ ਮੁਸਲਮਾਨ ਇਸ ਮਿੱਟੀ ਕੋਲੋਂ ਚਾਂਦੀ ਮੰਗਣ ਤਾਂ ਇਸ ਮਿੱਟੀ ਨੂੰ ਨਿਮਰਤਾ ਸਹਿਤ ਸੋਨਾ ਉਲਗਣਾ ਚਾਹੀਦਾ ਹੈ, ਅਤੇ ਜੇ ਕੋਈ ਮੁਸਲਮਾਨ ਹਿੰਦੂ ਦੇ ਮੂੰਹ ਵਿੱਚ ਥੁੱਕਣਾ ਚਾਹੇ ਤਾਂ ਹਿੰਦੂ ਦਾ ਫਰਜ਼ ਹੈ ਕਿ ਉਹ ਆਪਣਾ ਮੂੰਹ ਚੰਗੀ ਤਰ੍ਹਾਂ ਖੋਲ੍ਹ ਸਕੇ ਤਾਂ ਜੋ ਮੁਸਲਮਾਨ ਆਸਾਨੀ ਨਾਲ ਉਹਦੇ ਮੂੰਹ ਵਿੱਚ ਥੁੱਕ ਸਕੇ। ਅੱਲਾਹ ਤਾਲਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਗੁਲਾਮ ਵਜੋਂ ਹੀ ਬਣਾਇਆ ਹੈ, ਅਤੇ ਉਸ ਦਾ ਫਰਮਾਨ ਹੈ ਕਿ ਜੇ ਹਿੰਦੂ ਆਪਣੇ ਆਪ ਇਸਲਾਮ ਕਬੂਲ ਨਾ ਕਰੇ ਤਾਂ ਇਸ ਨੂੰ ਬੰਦੀ ਬਣਾ ਕੇ ਤਸੀਹੇ ਦਿੱਤੇ ਜਾਣ ਅਤੇ ਅੰਤ ਨੂੰ ਮਾਰ ਦਿੱਤਾ ਜਾਵੇ। ਇਹ ਜਵਾਬ ਸੁਣ ਕੇ ਅਲਾਉਦੀਨ ਮੁਸਕਰਾਇਆ ਤੇ ਕਹਿਣ ਲੱਗਾ, ਤਾਂ ਫਿਰ ਠੀਕ ਹੈ, ਮੈਂ ਤਾਂ ਪਹਿਲਾਂ ਹੀ ਅਜਿਹਾ ਕਰ ਰਿਹਾ ਹਾਂ। 15ਵੀਂ ਸਦੀ ਵਿੱਚ ਮੁਸਲਮਾਨਾਂ ਵੱਲੋਂ ਹਿੰਦੂਆਂ ਅਤੇ ਉਹਨਾਂ ਦੇ ਧਰਮ ਸਥਾਨਾਂ ਦੀ ਕੀਤੀ ਜਾਂਦੀ ਦੁਰਦਸ਼ਾ ਬਾਰੇ ਸਿਕੰਦਰ ਲੋਧੀ ਦਾ ਜ਼ਿਕਰ ਕਰਦਾ ਤਾਰੀਖ਼-ਏ ਦਾਊਦੀ ਦਾ ਕਰਤਾ ਲਿਖਦਾ ਹੈ ਕਿ ਉਸ ਸਿਕੰਦਰ ਲੋਧੀ ਨੇ ਮਥੁਰਾ ਦੇ ਹਿੰਦੂ ਮੰਦਰਾਂ ਨੂੰ ਢਾਹ ਢੇਰੀ ਕਰਕੇ ਕਾਫਰਾਂ ਭਾਵ ਹਿੰਦੂਆਂ ਦੇ ਇੱਕ ਵੱਡੇ ਗੜ੍ਹ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਅਤੇ ਮੰਦਰਾਂ ਦੀਆਂ ਪੱਥਰ ਦੀਆਂ ਮੂਰਤੀਆਂ ਨੂੰ ਕਸਾਈਆਂ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਹ ਮੀਟ ਤੋਲਣ ਲਈ ਤੋਲ ਵੱਟਿਆਂ ਦਾ ਕੰਮ ਲੈ ਸਕਣ ਅਤੇ ਇਸਤੇਮਾਲ ਕਰ ਸਕਣ। ਇਸ ਤਰ੍ਹਾਂ ਉਸਨੇ ਨਗਰ ਕੋਟ ਦੇ ਅਤੇ ਜਵਾਲਾਮੁਖੀ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਵੀ ਤੋੜ ਕੇ ਕਸਾਈਆਂ ਦੇ ਹਵਾਲੇ ਕਰ ਦਿੱਤਾ। ਉਸ ਨੇ ਹਿੰਦੂਆਂ ਦੀ ਹਜਾਮਤ ਤੱਕ ਕਰਨ ਦੀ ਮਨਾਹੀ ਦੇ ਹੁਕਮ ਦੇ ਰੱਖੇ ਸਨ, ਜਿਸ ਕਾਰਨ ਕੋਈ ਵੀ ਨਾਈ ਉਹਨਾਂ ਦੀ ਹਜਾਮਤ ਕਰਨ ਲਈ ਤਿਆਰ ਨਹੀਂ ਸੀ ਹੁੰਦਾ। ਪਿਛਲੇ ਪੁਰਾਣੇ ਇਤਿਹਾਸ ਤੋਂ ਭਲੀ ਭਾਂਤ ਸਪਸ਼ਟ ਹੁੰਦਾ ਹੈ ਕਿ ਭਾਰਤ ਨੇ ਖਾਲਸਾ ਪ੍ਰਗਟ ਕਰਨ ਤੋਂ ਪਹਿਲੇ ਸਮਿਆਂ ਵਿੱਚ ਕੇਵਲ ਗੁਲਾਮੀ ਹੀ ਵੇਖੀ ਹੈ। ਪਿਛਲੇ ਪੁਰਾਣੇ ਇਤਿਹਾਸ ਤੋਂ ਭਲੀ ਭਾਂਤ ਸਪਸ਼ਟ ਹੁੰਦਾ ਹੈ ਕਿ ਭਾਰਤ ਨੇ ਖਾਲਸਾ ਪ੍ਰਗਟ ਕਰਨ ਤੋਂ ਪਹਿਲੇ ਸਮਿਆਂ ਵਿੱਚ ਕੇਵਲ ਗੁਲਾਮੀ ਹੀ ਵੇਖੀ ਹੈ। ਯੂਨਾਨੀਆਂ, ਸ਼ੱਕਾਂ, ਹੂਨਾਂ, ਅਰਬਾਂ, ਤੁਰਕਾਂ, ਪੁਰਤਗਾਲੀਆਂ, ਗੁਲਾਮਾਂ, ਹਬਸ਼ੀਆਂ ਆਦਿ ਤੋਂ ਵੀ ਇਹ ਹਿੰਦੁਸਤਾਨ ਹਾਰਦਾ ਰਿਹਾ ਹੈ, ਪਰ ਫਿਰ ਵੀ ਇੱਥੋਂ ਦੇ ਨਿਵਾਸੀ ਫ਼ਖਰ ਨਾਲ ਇਹ ਡੀਂਗਾਂ ਮਾਰਦੇ ਹਨ ਕਿ ਇੰਨੇ ਕੁਝ ਦੇ ਬਾਵਜੂਦ ਵੀ ਹਿੰਦੂ ਸਮਾਜ ਸੰਸਕ੍ਰਿਤੀ ਜਿਉਂਦੀ ਹੈ ਤੇ ਬੜੇ ਫ਼ਖਰ ਨਾਲ ਡਾਕਟਰ ਮੁਹੰਮਦ ਇਕਬਾਲ ਦਾ ਸ਼ੇਰ ਪੜ੍ਹਦੇ ਹਨ ਕਿ ਕੁਝ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, सदियों रहा है दुश्मन दौरे जमा हमारा, ईरान रोम मिस्र सब मिट गए जहाँ से, बाकी मगर है अब तक नामो निशां हमारा। ਬੇਪਰਵਾਦੀਆਂ ਦੇ ਇਸ ਅਖੌਤੀ ਅਤੇ ਭਰਮਪਾਊ ਆਤਮ ਵਿਸ਼ਵਾਸ ਦਾ ਪਾਜ ਉਘੇੜਦੇ ਹੋਏ ਡਾਕਟਰ B.R. ਅੰਬੇਦਕਰ ਲਿਖਦੇ ਹਨ ਕਿ ਹਿੰਦੂ ਇਸੇ ਗੱਲ ਤੇ ਹੀ ਸੰਤੁਸ਼ਟ ਹਨ ਕਿ ਹੁਣ ਤੱਕ ਜਿਉਂਦੇ ਰਹੇ ਅਤੇ ਇਸ ਗੱਲ ਨੂੰ ਹੀ ਉਹ ਆਪਣੇ ਜਿਉਂਦੇ ਰਹਿਣ ਦੀ ਯੋਗਤਾ ਦਾ ਪ੍ਰਮਾਣ ਸਮਝਦੇ ਹਨ। ਗੁਲਾਮ ਵੰਸ਼ ਤੋਂ ਮਗਰੋਂ ਖਿਜਲੀ ਵੰਸ਼ ਦਾ ਰਾਜ ਆਰੰਭ ਹੋਇਆ, ਜਿਸ ਨੇ ਲਗਭਗ 30 ਸਾਲ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ। ਇਸ ਵੰਸ਼ ਦੇ 3 ਬਾਦਸ਼ਾਹ ਹੋਏ। ਫਿਰੋਜ਼ ਸ਼ਾਹ ਇਸ ਵੰਸ਼ ਦਾ ਪਹਿਲਾ ਬਾਦਸ਼ਾਹ ਸੀ। ਉਹਨੇ ਜਦੋਂ ਜੈਸਲਮੇਰ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਆਪਣੇ ਆਪ ਨੂੰ ਰੱਖਿਆ ਤੋਂ ਵਾਂਝੀਆਂ ਸਮਝ ਕੇ ਤਕਰੀਬਨ 2400 ਇਸਤਰੀਆਂ ਨੇ ਆਪਣੇ ਆਪ ਨੂੰ ਅੱਗ ਲਾ ਕੇ ਸਾੜਿਆ ਕਿ ਸਾਡੀ ਇੱਜ਼ਤ ਨੂੰ ਕੋਈ ਹੱਥ ਨਾ ਪਾ ਸਕੇ। ਉਹ ਤੋਂ ਪਹਿਲਾਂ ਅਸੀਂ ਮਰ ਜਾਣਾ ਕਬੂਲ ਕਰਦੀਆਂ। ਫਿਰੋਜ਼ ਸ਼ਾਹ ਦਾ ਭਤੀਜਾ ਅਲਾਉਦੀਨ ਇੱਕ ਵਾਰ ਦੱਖਣ ਗਿਆ ਅਤੇ ਉੱਥੇ ਦੇਵਗੜ੍ਹ ਦੇ ਰਾਜੇ ਨੂੰ ਜਾ ਕੇ ਕਿਹਾ ਕਿ ਮੈਂ ਆਪਣੇ ਚਾਚੇ ਨਾਲ ਲੜ ਕੇ ਆਇਆ ਹਾਂ, ਕਿਰਪਾ ਕਰਕੇ ਮੈਨੂੰ ਸ਼ਰਨ ਦਿੱਤੀ ਜਾਵੇ। ਰਾਜਾ ਉਸ ਦੀ ਨੀਤੀ ਨੂੰ ਸਮਝ ਨਾ ਸਕਿਆ ਅਤੇ ਉਸਨੇ ਅਲਾਉਦੀਨ ਨੂੰ ਸ਼ਰਨ ਦੇ ਦਿੱਤੀ। ਇੱਕ ਸਮੇਂ ਜਦੋਂ ਦੇਵਗੜ੍ਹ ਦੇ ਰਾਜੇ ਦੀ ਸੈਨਾ ਕਿਤੇ ਹੋਰ ਮੁਹਿੰਮ ਉੱਪਰ ਗਈ ਹੋਈ ਸੀ ਤਾਂ ਮਗਰੋਂ ਅਲਾਉਦੀਨ ਨੇ ਆਪਣੇ ਸਿਪਾਹੀਆਂ ਦੀ ਮਦਦ ਨਾਲ ਲੁੱਟਮਾਰ ਮਚਾ ਦਿੱਤੀ। ਕਰੋੜਾਂ ਰੁਪਈਏ ਦਾ ਸੋਨਾ, ਚਾਂਦੀ, ਹੀਰੇ ਜਵਾਹਰਾਤ ਲੁੱਟ ਕੇ ਅਲਾਉਦੀਨ ਖਿਜਲੀ ਨੇ
ਉਸੇ ਰਾਜ ਦਾ ਮਹਿਲ ਮਿੱਟੀ ਵਿੱਚ ਮਿਲਾ ਦਿੱਤਾ। ਰਾਜੇ ਦੀ ਵੰਸ਼ ਨੂੰ ਖਤਮ ਕਰ ਦਿੱਤਾ ਅਤੇ ਆਪ ਰਾਜਾ ਬਣ ਕੇ ਬੈਠ ਗਿਆ। ਇਸ ਨੇ ਚਿਤੌੜ ਦੀ ਹਿੰਦੂ ਰਾਣੀ ਪਦਮਨੀ ਵਾਸਤੇ ਵੀ ਹਮਲਾ ਕੀਤਾ। ਉੱਥੇ ਰਾਜਪੂਤੀ ਗੌਰਵ ਅਤੇ ਅਣਖ ਨੇ ਉਹਨਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ, ਰਾਣੀ ਪਦਮਨੀ ਸਮੇਤ ਕਰੀਬ 13,000 ਰਾਜਪੂਤ ਔਰਤਾਂ ਨੇ ਆਤਮਦਾਹ ਕਰ ਲਿਆ। ਫਿਰ ਦੁਹਰਾ ਦੇਵਾਂ, ਅਲਾਉਦੀਨ ਨੇ ਚਿਤੌੜ ਦੀ ਹਿੰਦੂ ਰਾਣੀ ਪਦਮਨੀ ਵਾਸਤੇ ਵੀ ਹਮਲਾ ਕੀਤਾ। ਉੱਥੇ ਰਾਜਪੂਤੀ ਗੌਰਵ ਅਤੇ ਅਣਖ ਨੇ ਉਹਨਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ, ਸਗੋਂ ਰਾਣੀ ਪਦਮਨੀ ਸਮੇਤ ਕਰੀਬ 13,000 ਰਾਜਪੂਤ ਔਰਤਾਂ ਨੇ ਆਤਮ ਹੱਤਿਆ ਕਰ ਲਈ। ਅਲਾਉਦੀਨ ਨੇ ਗੁਜਰਾਤ ਦੇ ਰਾਜੇ ਕਰਨ, ਉਹਦੀ ਵੀ ਹੱਤਿਆ ਕੀਤੀ। ਉਹਦੀ ਸੁੰਦਰ ਰਾਣੀ ਅਤੇ ਨੌਜਵਾਨ ਬੇਟੀ ਨੂੰ ਚੁੱਕ ਕੇ ਲੈ ਆਂਦਾ। ਇਤਿਹਾਸ ਗਵਾਹ ਹੈ ਕਿ ਅਲਾਉਦੀਨ ਖਿਜਲੀ ਨੇ ਰਾਣੀ ਨੂੰ ਆਪਣੇ ਘਰ ਰੱਖਿਆ ਤੇ ਰਾਜਾ ਕਰਨ ਦੀ ਬੇਟੀ ਨੂੰ ਆਪਣੇ ਲੜਕੇ ਨੂੰ ਸੌਂਪ ਦਿੱਤਾ। ਫਿਰੋਜ਼ ਸ਼ਾਹ ਦੇ ਰਾਜਤੰਤਰ ਦਾ ਇਹ ਵਿਧਾਨ ਸੀ ਕਿ ਸ਼ਾਹੀ ਨੌਕਰ ਜੋ ਵੀ ਹਿੰਦੂ ਕੋਲੋਂ ਕਰਵਾਉਣਾ ਚਾਹੁਣ, ਹਿੰਦੂ ਉਸੇ ਸਮੇਂ ਹੀ ਹੁਕਮ ਮੰਨ ਲੈਣ ਅਤੇ ਨਿਮਰਤਾ ਸਹਿਤ ਸਿਰ ਝੁਕਾ ਦੇਣ। ਜੇਕਰ ਕੋਈ ਮੁਸਲਮਾਨ ਹਿੰਦੂ ਦੇ ਮੂੰਹ ਵਿੱਚ ਥੁੱਕਣਾ ਚਾਹੇ ਤਾਂ ਹਿੰਦੂ ਨੂੰ ਸਾਵਧਾਨੀ ਦੇ ਨਾਲ ਸਿੱਧੇ ਖੜੇ ਰਹਿਣਾ ਚਾਹੀਦਾ ਹੈ ਤਾਂ ਜੋ ਮੁਸਲਮਾਨ ਆਪਣਾ ਕਾਰਜ ਆਸਾਨੀ ਨਾਲ ਕਰ ਸਕੇ। ਮੁਹੰਮਦ ਤੁਗਲਕ ਹਜ਼ਾਰਾਂ ਹੀ ਇਸਤਰੀਆਂ ਨੂੰ ਅਤੇ ਮਰਦਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਲੈਂਦਾ ਅਤੇ ਫਿਰ ਸ਼ਿਕਾਰੀਆਂ ਦੇ ਵਾਂਗ ਵੱਖ-ਵੱਖ ਤਰੀਕਿਆਂ ਦੇ ਨਾਲ ਹਿੰਦੂ ਮਰਦ ਅਤੇ ਔਰਤਾਂ ਦਾ ਕਤਲ ਕਰਦਾ। ਕਿਸੇ ਦਾ ਨੱਕ ਕੱਟ ਦਿੰਦਾ, ਅੱਖਾਂ ਕਢਵਾ ਦਿੰਦਾ, ਸਿਰ ਦੇ ਵਿੱਚ ਲੋਹੇ ਦੇ ਕਿੱਲੇ ਠੋਕ ਦਿੰਦਾ, ਅੱਗ ਵਿੱਚ ਸਾੜ ਦਿੰਦਾ ਅਤੇ ਹੋਰ ਕਈ ਤਰੀਕਿਆਂ ਦੇ ਨਾਲ ਉਹਨੇ ਹਿੰਦੂਆਂ ਦਾ ਕਤਲ ਕੀਤਾ। ਉਸ ਤੋਂ ਅੱਗੇ ਜਦੋਂ ਫਿਰੋਜ਼ ਸ਼ਾਹ ਤੁਗਲਕ ਨੇ ਨਗਰਕੋਟ ਨੂੰ ਜਿੱਤਿਆ ਤਾਂ ਗਊ ਮਾਸ ਟੁਕੜੇ ਪਿਰੋ ਕੇ ਹਿੰਦੂਆਂ ਦੇ ਗਲਾਂ ਵਿੱਚ ਲਟਕਾਏ ਗਏ ਅਤੇ ਉਹਨਾਂ ਨੂੰ ਗਲੀਆਂ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਖਾਣ ਲਈ ਮਜਬੂਰ ਕੀਤਾ ਤੇ ਜਿਹੜੇ ਵੀ ਹਿੰਦੂ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ ਉਹਨੂੰ ਮਾਰ ਦਿੱਤਾ। ਇੱਕ ਵਾਰ ਉਹਨੇ ਸੁਣਿਆ ਕਿ ਸ਼ਹਿਰ ਵਿੱਚ ਇੱਕ ਹਿੰਦੂ ਮੂਰਤੀ ਪੂਜਾ ਕਰਦਾ ਹੈ ਅਤੇ ਬਾਕੀ ਹਿੰਦੂਆਂ ਨੂੰ ਵੀ ਮੂਰਤੀ ਪੂਜਾ ਵਾਸਤੇ ਘਰ ਬੁਲਾਉਂਦਾ ਹੈ। ਉਹਨੇ ਉਸੇ ਵੇਲੇ ਉਸ ਮੂਰਤੀ ਪੂਜਾ ਕਰਨ ਵਾਲੇ ਬ੍ਰਾਹਮਣ ਅਤੇ ਦਰਸ਼ਕਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਸੈਂਕੜੇ ਮੰਦਰ ਢਾਹ ਦਿੱਤੇ। ਜਦੋਂ ਫਿਰੋਜ਼ ਸ਼ਾਹ ਤੁਗਲਕ ਜੰਬੂ ਗਿਆ ਤਾਂ ਪਹਿਲੀ ਮਿਲਣੀ ਸਮੇਂ ਹੀ ਉਹਨੇ ਉੱਥੋਂ ਦੇ ਰਾਜੇ ਦੇ ਮੂੰਹ ਵਿੱਚ ਸਭ ਤੋਂ ਪਹਿਲਾਂ ਗਊ ਮਾਸ ਪਾਇਆ। ਅਲਾਉਦੀਨ ਖਿਜਲੀ ਨੇ 1297 ਈਸਵੀ ਵਿੱਚ ਜਦੋਂ ਸੋਮਨਾਥ ਮੰਦਰ ਉੱਤੇ ਹਮਲਾ ਕੀਤਾ ਸੀ ਤਾਂ ਰਾਜੇ ਕਰਨ ਦੀ ਪਤਨੀ ਕਮਲ ਦੇਵੀ ਅਤੇ ਉਹਦੀ ਬੇਟੀ ਦੇਵਲ ਦੇਵੀ ਨੂੰ ਆਪਣੇ ਹਰਮ ਵਿੱਚ ਸ਼ਾਮਲ ਕਰ ਲਿਆ। ਫਾਰਸੀ ਇਤਿਹਾਸਕਾਰ ਬਰੂਨੀ ਇਹ ਲਿਖਦਾ ਹੈ ਕਿ ਬੱਚਿਆਂ ਨੂੰ ਮਾਵਾਂ ਦੇ ਸਿਰ ਤੇ ਰੱਖ ਕੇ ਟੁਕੜੇ-ਟੁਕੜੇ ਕਰ ਦਿੱਤਾ ਜਾਂਦਾ ਸੀ। 26 ਅਗਸਤ 1303 ਈਸਵੀ ਨੂੰ ਅਲਾਉਦੀਨ ਖਿਜਲੀ ਦੇ ਪੁੱਤਰ ਖਿਜ਼ਰ ਖਾਨ ਨੇ ਚਿਤੌੜ ਦੇ ਕਿਲੇ ਉੱਪਰ ਕਬਜ਼ਾ ਕੀਤਾ ਤਾਂ 30,000 ਦੇ ਕਰੀਬ ਹਿੰਦੂਆਂ ਦਾ ਕਤਲ ਕੀਤਾ। ਦਰਅਸਲ ਗੁਲਾਮੀ ਵਿੱਚ ਪੈਦਾ ਹੋਏ ਬਿੱਪਰਵਾਦੀਆਂ ਦਾ ਜੀਵਨ ਸਤਰ ਹੀ ਇੰਨਾ ਘਟੀਆ ਅਤੇ ਸਵਾਰਥੀ ਹੋ ਚੁੱਕਾ ਸੀ ਕਿ ਜਿੱਥੇ ਉਹਨਾਂ ਨੇ ਜ਼ਾਤ-ਪਾਤ ਦੇ ਸ਼ਿਕੰਜੇ ਵਿੱਚ ਕੱਸ ਕੇ ਗੈਰ ਧਰਮੀ ਹਿੰਦੂਆਂ ਦਾ ਕਚੂਮਰ ਕੱਢਿਆ ਹੋਇਆ ਸੀ, ਉੱਥੇ ਨਾਲ ਹੀ ਸਮੇਂ-ਸਮੇਂ ਦੇ ਵਿਦੇਸ਼ੀ ਹਮਲਾਵਰਾਂ ਨਾਲ ਮਿਲ ਕੇ ਦੇਸ਼ ਧਰੋਹ ਵੀ ਕੀਤਾ। ਪਰ ਅੱਜ ਤੱਕ ਰਹੇ ਰਾਸ਼ਟਰਵਾਦੀ ਹੀ। ਇਸ ਦੇਸ਼ ਧਰੋਹ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਹੈ। ਜਦੋਂ 711-12 ਈਸਵੀ ਵਿੱਚ 18 ਤੋਂ 19 ਸਾਲ ਦੇ ਮੁੱਚ-ਫੁੱਟ ਗੱਭਰੂ ਮੁਹੰਮਦ ਬਿਨ ਕਾਸਿਮ ਨੇ ਆਪਣੇ ਚਾਚੇ ਇਜਾਜ਼ ਦੇ ਕਹਿਣ ਤੇ ਕੇਵਲ 5,000 ਸਿਪਾਹੀਆਂ ਨਾਲ ਇਸ ਭਾਰਤ ਦੇ ਉੱਤੇ ਹਮਲਾ ਕੀਤਾ ਤਾਂ ਬਿਨਾਂ ਖਾਸ ਮੁਕਾਬਲੇ ਕੀਤੇ ਹੀ ਬਲੋਚਿਸਤਾਨ ਨੂੰ ਪਾਰ ਕਰਦਿਆਂ ਹੋਇਆਂ ਸਿੰਧ ਤੱਕ ਉਹ ਪਹੁੰਚ ਗਿਆ। ਰਾਜਾ ਦਾਹਿਰ ਉਸ ਸਮੇਂ 10,000 ਸਵਾਰ ਅਤੇ 20,000 ਦੇ ਕਰੀਬ ਪੈਦਲ ਫੌਜ ਲੈ ਕੇ ਕਾਸਿਮ ਦੇ ਸਾਹਮਣੇ ਡਟ ਗਿਆ। ਇਤਿਹਾਸਕ ਸਰੋਤ ਦੱਸਦੇ ਹਨ ਕਿ 5 ਦਿਨ ਯੁੱਧ ਹੁੰਦਾ ਰਿਹਾ ਤੇ ਲਗਾਤਾਰ ਯੁੱਧ ਤੋਂ ਤੰਗ ਆ ਕੇ ਸਿਪਾਹੀਆਂ ਦੀ ਘਾਟ ਕਰਕੇ ਮੁਹੰਮਦ ਬਿਨ ਕਾਸਿਮ ਨੇ ਇਰਾਦਾ ਬਣਾ ਲਿਆ ਕਿ ਵਾਪਸ ਮੁੜ ਜਾਣਾ ਚਾਹੀਦਾ ਹੈ। ਪਰੰਤੂ ਐਨ ਮੌਕੇ ਤੇ ਉਸ ਨੂੰ ਇੱਕ ਬ੍ਰਾਹਮਣ ਨੇ ਆ ਕੇ ਕਿਹਾ
ਕਿ ਜੇਕਰ ਕਿਲੇ ਉੱਪਰ ਲੱਗਾ ਝੰਡਾ ਕਿਸੇ ਤਰ੍ਹਾਂ ਗਿਰਾ ਦਵੋ ਤਾਂ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਹਿੰਦੂ ਫੌਜ ਦਾ ਵਿਸ਼ਵਾਸ ਹੈ ਕਿ ਜਦੋਂ ਤੱਕ ਇਸ ਕਿਲੇ ਉੱਪਰ ਇਹ ਦੇਵੀ ਦਾ ਝੰਡਾ ਸਥਾਪਿਤ ਹੈ ਅਸੀਂ ਹਾਰ ਨਹੀਂ ਸਕਦੇ, ਕਿਉਂਕਿ ਦੇਵੀ ਦੀ ਕਿਰਪਾ ਸਾਡੇ ਨਾਲ ਹੈ। ਪਰ ਜੇ ਇਹ ਝੰਡਾ ਡਿੱਗ ਪਵੇ ਤਾਂ ਇਹਦੇ ਨਾਲ ਹੀ ਇਹਨਾਂ ਦੇ ਹੌਸਲੇ ਵੀ ਡਿੱਗ ਪੈਣਗੇ। ਕਾਸਿਮ ਨੇ ਇਦਾਂ ਹੀ ਕੀਤਾ। ਉਹਨੇ ਇੱਕ ਨਿਸ਼ਾਨਾ ਦਾ ਕੇ ਉਹ ਝੰਡੇ ਨੂੰ ਉਡਾ ਦਿੱਤਾ। ਝੰਡਾ ਡਿੱਗਣ ਦੀ ਦੇਰ ਹੀ ਸੀ ਕਿ ਸਾਰੀ ਫੌਜ ਹੌਸਲਾ ਛੱਡ ਬੈਠੀ ਤੇ ਮੈਦਾਨ ਛੱਡ ਕੇ ਭੱਜ ਗਈ ਕਿ ਝੰਡਾ ਡਿੱਗ ਪਿਆ। ਝੰਡਾ ਡਿੱਗ ਪਿਆ, ਹੁਣ ਅਸੀਂ ਜਿੱਤ ਨਹੀਂ ਸਕਦੇ, ਦੇਵੀ ਦੀ ਕਿਰਪਾ ਬੰਦ ਹੋ ਗਈ। ਇੱਥੋਂ ਤੱਕ ਕਿ ਰਾਜਾ ਦਾਹਰ ਵੀ ਇੱਕ ਤੀਰ ਨਾਲ ਜ਼ਖਮੀ ਹੋ ਕੇ ਡਿੱਗ ਪਿਆ ਤੇ ਕਾਸਿਮ ਨੇ ਉਹਦਾ ਸਿਰ ਕੱਟ ਕੇ ਇੱਕ ਨੇਜੇ ਉੱਪਰ ਟੰਗ ਲਿਆ। ਉਸੇ ਹੀ ਬ੍ਰਾਹਮਣ ਨੇ ਮੁਹੰਮਦ ਬਿਨ ਕਾਸਿਮ ਕੋਲੋਂ ਥੋੜਾ ਜਿਹਾ ਦਾਨਾ ਲੈ ਕੇ ਕਾਸਿਮ ਨੂੰ ਇੱਕ ਗੁਪਤ ਸ਼ਾਹੀ ਖਜ਼ਾਨੇ ਦਾ ਪਤਾ ਵੀ ਦੱਸਿਆ, ਜਿੱਥੋਂ ਕਿ ਉਹਨੂੰ 40 ਦੇ ਕਰੀਬ ਤਾਂਬੇ ਦੀਆਂ ਵੱਡੀਆਂ ਦੇਗਾਂ ਮਿਲੀਆਂ, ਜਿਨ੍ਹਾਂ ਵਿੱਚ 17,200 ਮਣ ਸੋਨਾ ਸੀ, ਜਿਹਦੀ ਕੀਮਤ 1 ਅਰਬ 72 ਕਰੋੜ ਰੁਪਏ ਬਣਦੀ ਸੀ। ਇਸ ਤੋਂ ਇਲਾਵਾ 6,000 ਠੋਸ ਸੋਨੇ ਦੀਆਂ ਬਣੀਆਂ ਮੂਰਤੀਆਂ, ਜਿਨ੍ਹਾਂ ਵਿੱਚੋਂ ਇੱਕ ਮੂਰਤੀ ਦਾ ਵਜ਼ਨ 30 ਮਣ ਦੇ ਕਰੀਬ ਸੀ, ਉਹ ਵੀ ਉਹਨੂੰ ਪ੍ਰਾਪਤ ਹੋਈਆਂ। ਕਾਸਿਮ ਨੇ ਰਾਜਾ ਦਾਹਿਰ ਦੀਆਂ 2 ਸੁੰਦਰ ਬੇਟੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਆਪਣੇ ਸਵਾਮੀ ਦੀ ਖਿਦਮਤ ਵਿੱਚ ਪੇਸ਼ ਕੀਤਾ। ਇਹ ਤੋਂ ਬਾਅਦ ਵਿੱਚ ਹੋਰ ਅੱਗੇ ਚੱਲੀਏ। 1025 ਤੇ 1026 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਅਨੇਕਾਂ ਹੀ ਹੋਰ ਸਾਥੀਆਂ ਨੂੰ ਲੈ ਕੇ 30 ਸਾਲਾਂ ਦੇ ਵਿੱਚ ਭਾਰਤ ਉੱਪਰ 17 ਵਾਰ ਹਮਲੇ ਕੀਤੇ। ਇਹਨੇ ਨਗਰਕੋਟ ਕਾਂਗੜਾ ਦੇ ਮੰਦਿਰ ਨੂੰ ਲੁੱਟਿਆ ਅਤੇ ਉੱਥੋਂ 700 ਮਣ ਸੋਨੇ ਚਾਂਦੀ ਦੇ ਬਰਤਨ, 740 ਮਣ ਸੋਨਾ, 2000 ਮਣ ਚਾਂਦੀ ਅਤੇ 20 ਮਣ ਹੀਰੇ ਜਵਾਹਰਤ ਅਤੇ ਮੋਤੀ ਲੁੱਟੇ। ਮਥੁਰਾ ਤੋਂ ਗਜ਼ਨਵੀ ਨੇ ਇੰਨੀਆਂ ਜ਼ਿਆਦਾ ਹਿੰਦੂ ਮਰਦ ਅਤੇ ਔਰਤਾਂ ਨੂੰ ਗੁਲਾਮ ਬਣਾਇਆ ਕਿ ਉਹਨਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ 2 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਵੀ ਬੜੀ ਮੁਸ਼ਕਿਲ ਨਾਲ ਵੇਚ ਸਕਿਆ। ਫਿਰ ਦੁਹਰਾ ਦਈਏ ਕਿ ਮਥੁਰਾ ਤੋਂ ਮਹਿਮੂਦ ਗਜ਼ਨਵੀ ਨੇ ਇੰਨੀਆਂ ਜ਼ਿਆਦਾ ਹਿੰਦੂ ਮਰਦ ਅਤੇ ਔਰਤਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ 2 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਵੀ ਬੜੀ ਮੁਸ਼ਕਿਲ ਨਾਲ ਵੇਚ ਸਕਿਆ। ਇਸ ਤੋਂ ਬਾਅਦ ਵਿੱਚ ਉਹਨੇ ਸੋਮਨਾਥ ਦਾ ਪ੍ਰਸਿੱਧ ਮੰਦਿਰ ਲੁੱਟਿਆ। ਇਸ ਮੰਦਿਰ ਦੇ 56 ਖੰਭੇ ਸਨ, ਜਿਨ੍ਹਾਂ ਉੱਪਰ ਕੀਤੀ ਗਈ ਮੀਨਾਕਾਰੀ ਵਿੱਚ ਅਨੇਕਾਂ ਹੀ ਵਡਮੁੱਲੇ ਹੀਰੇ ਮੋਤੀ ਜੜੇ ਹੋਏ ਸਨ। 140 ਮਣ ਸੋਨੇ ਦੀ ਬਣੀ ਹੋਈ ਇੱਕ ਭਾਰੀ ਜ਼ੰਜੀਰ ਅਤੇ ਘੰਟੀ ਸੀ। ਇੱਕ ਬਹੁਤ ਕੀਮਤੀ ਰਤਨਾਂ ਦੇ ਨਾਲ ਜੜੀ ਹੋਈ 5 ਗਜ਼ ਉੱਚੀ ਸ਼ਿਵਜੀ ਭਗਵਾਨ ਦੀ ਮੂਰਤੀ ਸੀ, ਜਿਹਨੂੰ ਗਜ਼ਨਵੀ ਨੇ ਆਪਣੇ ਹੱਥਾਂ ਦੇ ਨਾਲ ਤੋੜਿਆ ਤੇ ਟੁਕੜੇ-ਟੁਕੜੇ ਕਰਕੇ ਆਪਣੇ ਨਾਲ ਲੈ ਗਿਆ। ਇੱਕ ਟੁਕੜਾ ਤਾਂ ਇੱਕ ਮਸਜਿਦ ਦੇ ਬਾਹਰ ਨਮਾਜ਼ੀਆਂ ਦੇ ਪੈਰ ਸਾਫ਼ ਕਰਨ ਨੂੰ ਲਗਾ ਦਿੱਤਾ ਅਤੇ ਕੁਝ ਟੁਕੜੇ ਆਪਣੇ ਮਹਿਲ ਦੀਆਂ ਪੌੜੀਆਂ ਵਿੱਚ ਲਾ ਦਿੱਤੇ। ਜ਼ਿਕਰਯੋਗ ਹੈ ਕਿ ਉਹੀ ਮੂਰਤੀ ਸੀ ਜਿਹਦੇ ਬਾਰੇ ਬ੍ਰਾਹਮਣਾਂ ਨੇ ਇਹ ਅਫਵਾਹ ਫੈਲਾਈ ਹੋਈ ਸੀ ਕਿ ਜਦੋਂ ਗਜ਼ਨਵੀ ਹਮਲਾ ਕਰੇਗਾ ਤਾਂ ਇਹ ਸ਼ਿਵਜੀ ਦੀ ਮੂਰਤੀ ਆਪਣਾ ਤੀਸਰਾ ਨੇਤਰ ਖੋਲ੍ਹ ਦੇਵੇਗੀ, ਜਿਹਦੇ ਨਾਲ ਗਜ਼ਨਵੀ ਦੀ ਫੌਜ ਦਾ ਸਰਵਨਾਸ਼ ਹੋ ਜਾਵੇਗਾ। ਇਸੇ ਨੇਤਰ ਖੁੱਲ੍ਹਣ ਦੀ ਆਸ ਲਗਾਈ ਬੈਠੇ ਸ਼ਸਤਰਧਾਰੀ ਯੋਧਿਆਂ ਨੇ ਗਜ਼ਨਵੀ ਦੀ ਫੌਜ ਦਾ ਮੁਕਾਬਲਾ ਨਾ ਕੀਤਾ। ਗਜ਼ਨਵੀ ਨੇ ਇਸ ਮੂਰਤੀ ਦੇ ਟੁਕੜੇ-ਟੁਕੜੇ ਕਰ ਦਿੱਤੇ, ਪਰ ਪਤਾ ਨਹੀਂ ਤੀਜਾ ਨੇਤਰ ਕਿਉਂ ਨਾ ਖੁੱਲ੍ਹਿਆ। ਇਸ ਮਹਿਮੂਦ ਗਜ਼ਨਵੀ ਦਾ ਹਰ ਮੁਹਿੰਮ ਵਿੱਚ ਸਾਥੀ ਕੋਈ ਹੋਰ ਨਹੀਂ ਬਲਕਿ ਇੱਕ ਤਿਲਕ ਨਾਮ ਦਾ ਭਾਰਤੀ ਬ੍ਰਾਹਮਣ ਸੀ, ਜਿਹਨੂੰ ਗਜ਼ਨਵੀ ਨੇ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਹੋਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਵੀ ਇਸ ਚੀਜ਼ ਦੇ ਬਾਰੇ ਲਿਖਦਾ ਹੈ ਕਿ ਮਹਿਮੂਦ ਗਜ਼ਨਵੀ enrolled in army in India and placed it under one of his noted generals. His name was Tilak, who was an Indian and a Hindu.